ਦੁਨੀਆ ਪਰਮਾਤਮਾ ਦੇ ਭੁਲੇਖੇ ਵਿੱਚ ਬਸ ਗਿਆਨ ਨੂੰ ਹੀ, ਵਿਚਾਰ ਨੂੰ ਹੀ ਪਰਮਾਤਮਾ ਸਮਝ ਕੇ ਤੇ ਵਿਚਾਰ ਇਕੱਠੇ ਕਰਦੀ ਜਾਂਦੀ ਹੈ। ਵਿਚਾਰਾਂ ਦਾ ਸੰਗ੍ਰਹਿ, ਧਰਮ ਗ੍ਰੰਥਾਂ ਦਾ ਸੰਗ੍ਰਹਿ, ਪੌਥੀਆਂ ਦਾ ਸੰਗ੍ਰਹਿ, ਔਰ ਇਹਨੂੰ ਸਮਝ ਲਿਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਹੈ, ਬਹੁਤ ਵੱਡੇ ਰੂਪ ਵਿੱਚ ਪ੍ਰਮਾਤਮਾ ਮਿਲ ਗਿਆ ਹੈ। ਕਬੀਰ ਕਹਿੰਦੇ ਨਹੀਂ, ਇਹ ਤੇ ਜਾਣਕਾਰੀ ਵੱਧ ਗਈ, ਬੌਧਕ ਸਤਲ ਵੱਧ ਗਿਆ, ਲੇਕਿਨ ਜਿਸ ਦੀ ਜਾਣਕਾਰੀ ਹੈ ਉਹ ਤੇ ਕੋਲ ਨਹੀਂ ਹੈ, ਉਹਦੀ ਪ੍ਰਾਪਤੀ ਤੇ ਨਾ ਹੋਈ। ਐਸੋ ਅਚਰਜ ਦੇਖਿਓ ਕਬੀਰ, ਦਦ ਕੇ ਭੋਲੇ ਬਿਰੋਲੇ ਨੀਰ। ਅਗਾਂਹ ਚੱਲ ਕੇ ਬਹੁਤ ਕੀਮਤੀ ਬਚਨ ਆਪ ਕਹਿੰਦੇ ਨੇ, ਕਹੋ ਕਬੀਰ ਪ੍ਰਗਟ ਬਈ ਖੇਡ, ਲੇਲੇ ਕੋ ਚੂੰਗੇ ਨਿਤ ਭੇਡ। ਅਕਸਰ ਤੇ ਐਸਾ ਹੁੰਦਾ ਹੈ ਕਿ ਲੇਲਾ ਹੀ ਭੇਡ ਨੂੰ ਚੂੰਗਦਾ ਹੈ, ਬੱਚਾ ਹੀ ਮਾਂ ਨੂੰ ਚੂੰਗਦਾ ਹੈ, ਪਰ ਮਾਂ ਬੱਚੇ ਨੂੰ ਚੂੰਗ ਰਹੀ ਹੈ। ਇੱਥੇ ਭੇਡ ਲੇਲੇ ਨੂੰ ਚੂੰਗ ਰਹੀ ਹੈ, ਜਿਸ ਲੇਲੇ ਕੋਲ ਅਸਥਨ ਵੀ ਨਹੀਂ, ਦੁੱਧ ਵੀ ਨਹੀਂ, ਤੇ ਚੂੰਗ ਰਹੀ ਹੈ। ਦਰਅਸਲ ਮਨੁੱਖ ਨੇ ਬੌਧਿਕ ਬਲ ਹਾਸਲ ਕੀਤਾ, ਗਿਆਨ ਹਾਸਲ ਕੀਤਾ ਪੜ੍ਹ ਪੜ੍ਹ ਕੇ, ਤੇ ਹੁਣ ਉਸੇ ਗਿਆਨ ਵਿੱਚ ਰਸ ਮਾਣਨ ਲੱਗ ਪਵੇ, ਉਸੇ ਜਾਣਕਾਰੀ ਵਿੱਚ ਰਸ ਮਾਣਨ ਲੱਗ ਪਵੇ ਵੀ ਇਹ ਜਾਣਕਾਰੀ ਮੇਰੀ ਮਹਾਨ ਹੈ, ਔਰ ਉਸੇ ਦਾ ਹੀ ਫਿਤੂਰ ਖੜਾ ਕਰ ਦੇਵੇ, ਉਸੇ ਦਾ ਹੀ ਹੰਕਾਰ ਖੜਾ ਕਰ ਦੇਵੇ, ਤਾਂ ਕਬੀਰ ਕਹਿੰਦੇ ਨੇ ਇਹ ਤੇ ਲੇਲੇ ਨੂੰ ਚੂੰਗਣਾ ਹੈ। ਇਹਦੇ ਚ ਅਧਿਆਤਮਿਕ ਰਸ ਤੇ ਪ੍ਰਾਪਤ ਨਹੀਂ ਹੋਵੇਗਾ। ਅਧਿਆਤਮਿਕ ਰਸ ਕਿਵੇਂ ਪ੍ਰਾਪਤ ਹੋਵੇ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ। ਰਾਸ ਦੇ ਵਿੱਚ, ਰਹਿਸ ਦੇ ਵਿੱਚ ਜਿਹੜੀ ਗੱਲ ਕਬੀਰ ਨੇ ਆਖੀ ਹੈ, ਉਹਨੂੰ ਖੋਲਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਰਾਮ ਰਮਤ ਮਤ ਪ੍ਰਗਟੀ ਆਏ, ਕਹੋ ਕਬੀਰ ਗੁਰ ਸੋ ਜੀ ਪਾਏ। ਐ ਕਬੀਰ, ਵਿਚਾਰ ਹਾਸਲ ਕਰਕੇ ਅਗਰ ਰਾਮ ਦਾ ਰਮਣ ਸ਼ੁਰੂ ਕਰ ਦਿੱਤਾ ਜਾਏ, ਜ਼ਬਾਨ ਨਾਲ ਉਸ ਦਾ ਜਾਪ ਵੀ ਸ਼ੁਰੂ ਕਰ ਦਿੱਤਾ ਜਾਏ, ਉਹਦੀ ਯਾਦ ਵੀ ਆਰੰਭ ਦਿੱਤੀ ਜਾਏ, ਤਾਂ ਫਿਰ ਉਹ ਮਤ ਪ੍ਰਗਟ ਹੋ ਜਾਂਦੀ ਹੈ ਕਿ ਬੰਦਾ ਗਿਆਨ ਦੇ ਆਸਰੇ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ। ਉਹ ਗਿਆਨ ਸਾਰਥਿਕ ਹੈ, ਉਹ ਗਿਆਨ ਪੜ੍ਹਿਆ ਹੋਇਆ ਲੇਖੇ 'ਚ ਹੈ। ਕਿਉਂ ਕਿ ਇੱਕ ਨਾਲ ਜੁੜ ਗਿਆ, ਤੇ ਜੇ ਇੱਕ ਨਾਲ ਜੁੜਿਆ ਹੀ ਨਹੀਂ, ਇੱਕ ਦਾ ਚਿੰਤਨ ਨਹੀਂ, ਤਾਂ ਸਾਰਾ ਪੜ੍ਹਿਆ ਲਿਖਿਆ ਸਿਵਾਏ ਹਉਮੈ ਦਾ ਹੀ ਝੱਖ ਮਾਰਨਾ ਹੈ, ਫਿਤੂਰ ਨੂੰ ਜੋ ਹੈ ਇਕੱਠਾ ਕਰਨਾ ਹੈ, ਹੋਰ ਕੁਛ ਨਹੀਂ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਜਿਤਨੀ ਉਮਰ ਹੈ, ਜਿਤਨੇ ਸਵਾਸ ਨੇ, ਇੱਕ ਇੱਕ ਸਵਾਸ ਪੜ੍ਹਾਈ ਦੇ ਵਿੱਚ ਬੰਦਾ ਹਾਸਲ ਕਰੇ। ਐਸਾ ਦੌਰ ਵੀ ਲੰਘਦਾ ਹੈ, ਔਰ ਕੁਝ ਵਿਅਕਤੀ ਐਸੇ ਵੀ ਆਉਂਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਇਹੀ ਆਉਂਦਾ ਹੈ, ਇਕੱਠਾ ਕਰੀ ਜਾਓ ਗਿਆਨ। ਜੈਸੇ ਕੁਛ ਲੋਭੀ ਆਉਂਦੇ ਨੇ, ਉਹਨਾਂ ਦਾ ਐਸਾ ਖਿਆਲ ਹੁੰਦਾ ਇਕੱਠਾ ਕਰੀ ਜਾਓ ਧਨ, ਇਕੱਠਾ ਕਰੀ ਜਾਓ ਧਨ। ਸ਼ੂਮ ਲਈ ਬਿਰਤੀਆਂ ਇਹੀ ਨੇ, ਇਕੱਠਾ ਕਰੀ ਜਾਓ ਧਨ। ਔਰ ਦੂਸਰੇ ਪਾਸੇ ਹੰਕਾਰੀ ਲਈ ਇਹ ਹੈ, ਇਕੱਠੀ ਕਰੀ ਜਾਓ ਜਾਣਕਾਰੀ। ਔਰ ਇਹ ਹਕੀਕਤ ਹੈ ਕਿ ਹੰਕਾਰ ਤੇ ਜਾਣਕਾਰੀ ਇਕੱਠੇ ਹੀ ਰਹਿੰਦੇ ਨੇ। ਤਦੀ ਤੇ ਬੰਦਾ ਦਾਅਵਾ ਕਰਦਾ ਹੈ, ਤੂੰ ਕੁਛ ਨਹੀਂ ਜਾਣਦਾ, ਮੈਂ ਬਹੁਤ ਕੁਝ ਜਾਣਦਾ। ਤੈਨੂੰ ਕੀ ਪਤਾ ਹੈ? ਮੈਨੂੰ ਸਭ ਕੁਝ ਪਤਾ ਹੈ। ਹੁਣ ਸਭ ਕੁਝ ਪਤਾ ਹੈ, ਇਸ ਆਸਰੇ ਤੇ ਦੂਸਰੇ ਨੂੰ ਇਸ ਢੰਗ ਨਾਲ ਦਿਖਾਣਾ ਕਿ ਤੂੰ ਕੁਛ ਵੀ ਨਹੀਂ ਜਾਣਦਾ, ਤੂੰ ਤੇ ਕੁਛ ਵੀ ਨਹੀਂ ਹੈ, ਤੇਰੀ ਹੋਂਦ ਕੀ ਹੈ? ਕੁਛ ਵੀ ਨਹੀਂ, ਕਿਉਂਕਿ ਤੂੰ ਕੁਛ ਵੀ ਨਹੀਂ ਜਾਣਦਾ, ਤੈਨੂੰ ਕੁਛ ਵੀ ਬੋਧ ਨਹੀਂ ਹੈ। ਤੋ ਇਸ ਤਰੀਕੇ ਨਾਲ ਗਿਆਨ ਦੂਜਿਆਂ ਨੂੰ ਨੀਵਾਂ ਕਰਨ ਦਾ ਬਾਇਸ ਬਣਿਆ, ਗਿਆਨ ਆਪਣੇ ਫਿਤੂਰ ਤੇ ਹੰਕਾਰ ਨੂੰ ਪ੍ਰਗਟ ਕਰਨ ਦਾ ਜੋ ਹੈ ਕਾਰਨ ਬਣਿਆ। ਜੈਸੇ ਸ਼ੂਮ ਧਨ ਦੀ ਵਰਤੋਂ ਨਹੀਂ ਕਰਦਾ, ਇਸ ਤਰ੍ਹਾਂ ਹੰਕਾਰੀ ਗਿਆਨ ਦੀ ਵਰਤੋਂ ਨਹੀਂ ਕਰਦਾ। ਹੰਕਾਰੀ ਆਪਣੇ ਇਲਮ ਗਿਆਨ ਨੂੰ ਵਰਤਣ ਦੇ ਚ ਨਹੀਂ ਲਿਆਂਦਾ, ਅਮਲ ਦੇ ਚ ਨਹੀਂ ਲਿਆਂਦਾ। ਇਲਮ ਦਾ ਅਮਲ ਦੇ ਚ ਲਿਆਣਾ ਲਾਜ਼ਮੀ ਹੈ। ਭੋਜਨ ਅਗਰ ਹਜ਼ਮ ਨਹੀਂ ਹੋਇਆ ਤਾਂ ਜ਼ਹਿਰ ਬਣ ਗਿਆ ਹੈ, ਇਲਮ ਅਗਰ ਅਮਲ ਦੇ ਚ ਨਹੀਂ ਆਇਆ ਤਾਂ ਜ਼ਹਿਰ ਹੀ ਬਣ ਗਿਆ ਹੈ। ਅਗਰ ਅਮਲ ਦਸਤ ਤੋਂ ਨੇਸਤ ਨਾਦਾਨੀ, ਫਿਰ ਨਾਦਾਨੀ ਹੈ ਇਹ ਬਹੁਤ ਵੱਡੀ। ਅਗਰ ਇਲਮ ਅਮਲ ਦੇ ਚ ਨਹੀਂ ਆਇਆ ਤਾਂ ਸਾਹਿਬ ਕਹਿੰਦੇ ਜਿਤਨੀ ਜ਼ਿੰਦਗੀ ਹੈ, ਜਿਤਨੇ ਸਵਾਸ ਨੇ, ਇਹ ਸਾਰੀ ਪੜ੍ਹਾਈ ਦੇ ਚ ਹੀ ਲੀਨ ਕੀਤੇ ਜਾਣ, ਤਾਂ ਵੀ ਮਹਾਰਾਜ ਕਹਿੰਦੇ ਨੇ ਇਹ ਗੱਲ ਸਾਰਥਕ ਨਹੀਂ ਹੋਵੇਗੀ। ਕਿਉਂ? ਨਾਨਕ ਲੇਖੇ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਗੋਪਾਲ ਪਾਂਦੇ ਕੋਲ ਬਿਠਾਇਆ ਗਿਆ, ਤਾਂ ਗੋਪਾਲ ਪਾਂਦੇ ਨੇ ਆਪ ਨੂੰ ਊੜਾ ਲਿਖ ਕੇ ਦਿੱਤਾ, ਤੇ ਸਤਿਗੁਰੂ ਕਹਿੰਦੇ ਨੇ ਇਹਦੇ ਅਰਥ ਦੱਸੋ, ਇਹਦੇ ਮਾਇਨੇ ਦੱਸੋ, ਇਹ ਊੜਾ ਕਿਸ ਦਿਸ਼ਾ ਦਾ ਸੰਕੇਤ ਕਰਦਾ ਹੈ? ਤਾਂ ਗੋਪਾਲ ਪਾਂਦਾ ਕਹਿੰਦੇ ਨੇ ਕਿ ਊੜੇ ਦੇ ਕੋਈ ਅਰਥ ਨਹੀਂ ਨੇ,
ਇੱਕ ਅੱਖਰ ਦੇ ਕੋਈ ਅਰਥ ਨਹੀਂ ਨੇ। ਦੋ ਚਾਰ ਅੱਖਰ ਮਿਲ ਕੇ ਜਦ ਪੂਰਾ ਸ਼ਬਦ ਬਣਦੇ ਨੇ ਉਹਦੇ ਅਰਥ ਹੁੰਦੇ ਨੇ। ਇੱਕ ਅੱਖਰ ਦੇ ਕੋਈ ਅਰਥ ਨਹੀਂ ਨੇ। ਇਹ ਊੜਾ ਬੇਮੈਨੀ ਹੈ। ਗੁਰੂ ਨਾਨਕ ਖੜੇ ਹੋ ਗਏ, ਕਹਿਣ ਲੱਗੇ ਫਿਰ ਮੈਂ ਬੇਮੈਨੀ ਅੱਖਰ ਨਹੀਂ ਪੜ੍ਹਨੇ, ਮੈਂ ਤੇ ਉਹ ਅੱਖਰ ਪੜ੍ਹਨੇ ਨੇ ਜਿਨ੍ਹਾਂ ਦੇ ਮੈਨੇ ਹੋਣ। ਮੈਂ ਉਹ ਅਲਫਾਜ਼ ਪੜ੍ਹਨੇ ਨੇ ਜੋ ਕਿਸੇ ਦਿਸ਼ਾ ਦੀ ਤਰਫ ਸੰਕੇਤ ਕਰਨ। ਸਤਿਗੁਰੂ ਨੇ ਸਾਫ਼ ਕਹਿ ਦਿੱਤਾ, ਮੈਨੂੰ ਉਹ ਗਿਆਨ ਚਾਹੀਦਾ ਹੈ ਜੋ ਇੱਕ ਨਾਲ ਜੋੜੇ, ਮੈਨੂੰ ਉਹ ਵਿਚਾਰ ਚਾਹੀਦੇ ਨੇ ਜੋ ਇੱਕ ਨਾਲ ਜੋੜੇ। ਬਾਕੀ ਅਗਰ ਗਿਆਨ ਨੇ ਅਨੇਕਤਾ ਨਾਲ ਜੋੜਿਆ, ਫਿਤੂਰ ਤੇ ਹੰਕਾਰ ਵਧਾਇਆ, ਤਾਂ ਸਾਹਿਬ ਕਹਿੰਦੇ ਨੇ ਇਹ ਝੱਕ ਮਾਰਨਾ ਹੀ ਹੈ। ਸਾਰਾ ਦਿਨ ਕੰਮ ਧੰਦਾ ਕੀਤਾ ਹੈ, ਵਟਕ ਕੁਛ ਨਹੀਂ ਹੋਈ। ਬੰਦਾ ਕਹਿੰਦਾ ਹੈ ਸਾਰਾ ਦਿਨ ਮੈਂ ਝੱਕ ਮਾਰਦਾ ਰਿਹਾ, ਪੱਲੇ ਕੁਛ ਨਹੀਂ ਪਿਆ। ਕਈ ਵਿਚਾਰਕ ਜੀਵਨ ਭਰ ਝੱਕ ਮਾਰਦੇ ਰਹਿੰਦੇ ਨੇ। ਬਹੁਤ ਵਿਚਾਰ ਇਕੱਠੇ ਕੀਤੇ, ਬਹੁਤ ਵਿਚਾਰ ਇਕੱਠੇ ਕੀਤੇ, ਪਰ ਵਿਚਾਰਾਂ ਦੇ ਚੋਂ ਕਰਤਾਰ ਨਹੀਂ ਪੈਦਾ ਹੋਇਆ, ਨਿਰੰਕਾਰ ਨਹੀਂ ਪੈਦਾ ਹੋਇਆ। ਇਸ ਵਾਸਤੇ ਸਾਹਿਬ ਕਹਿੰਦੇ ਨੇ ਨਾਨਕ ਲੇਖੇ ਇੱਕ ਗੱਲ ਹੋਰ ਹਉ ਮੈਂ ਝਕਣਾ ਜਾ।